ਇਹਨਾਂ ਦਾ ਹਮੇਸ਼ਾ ਹੀ ਏਜੰਡਾ ਇਹ ਰਿਹਾ ਕਿ ਮਾਈਨੋਰਿਟੀਜ਼ ਦੇ ਨਾ ਅਗੇਂਸਟ ਖੜੇ ਹੋ ਜਾਓ। ਹੁਣ ਯੂਪੀ ਇਲੈਕਸ਼ਨ ਆ ਰਹੀ ਉਹ ਇਹਨਾਂ ਲਈ ਬਹੁਤ ਵਾਈਟਲ ਹੈ। ਇਹਨਾਂ ਦਾ ਆਪਣਾ ਜੇ ਕੋਈ ਅੰਦਰੋਂ ਵਹਿਮ ਔਰ ਡਰ ਔਰ ਚੋਰ ਹੈ ਉਹ ਬੋਲਦਾ ਪ੍ਰਾਈਮ ਮਿਨਿਸਟਰ 18 ਦੇ ਵਿੱਚ ਇਹ ਦਿੱਲੀ ਫਸਿਆ ਰਿਹਾ, ਠੀਕ ਹੈ, ਉਦੋਂ ਤਾਂ ਕੋਈ ਨਹੀਂ ਹੋਇਆ। ਮਨਮੋਹਨ ਸਿੰਘ ਤੇ ਵੀ ਉੱਥੇ ਗੁਜਰਾਤ 'ਚ ਕਿਸ ਨੇ ਜੁੱਤੀ ਚਲਾਈ ਸੀ ਐਜ਼ ਪ੍ਰਾਈਮ ਮਿਨਿਸਟਰ ਵੈਨ ਹੀ ਵਾਜ਼ ਅ ਸਿਟਿੰਗ ਚੀਫ ਮਿਨਿਸਟਰ, ਉਹ ਸਿਕਿਉਰਿਟੀ ਲੈਪਸ ਹੋ ਗਿਆ। ਇਹ ਜ਼ਰੂਰੀ ਨਹੀਂ ਹੈ ਵੀ ਗਲਤੀ ਪੰਜਾਬ ਪੁਲਿਸ ਜਾਂ ਪੰਜਾਬ ਦੇ ਅਫਸਰਾਂ ਦੀ ਹੋਵੇ। 700 ਬੰਦਾ ਸ਼ਹੀਦ ਹੋਇਆ ਹੋਵੇ, ਜਿਸ ਕਮਿਊਨਿਟੀ ਦਾ, ਜਿਸ ਪਰਿਵਾਰ ਦਾ, ਜਿਸ ਖਿੱਤੇ ਦਾ, ਉਹ ਕਿਵੇਂ ਜਿੰਨਾ ਕਾਰਨ ਸ਼ਹੀਦ ਹੋਇਆ ਹੋਵੇ ਕਿਵੇਂ ਭੁੱਲਿਆ ਜਾ ਸਕਦਾ? ਇਹ ਕਈ ਦੇਰ ਤੱਕ ਨਹੀਂ ਭੁੱਲਣਾ। ਇਹ ਮੋਦੀ ਸਾਹਿਬ ਦੀ ਕਬਰ ਤੱਕ ਜਾਏਗਾ ਇਹ ਗਿਲਾ। ਹਿਸਟੋਰੀਕਲੀ ਤੁਸੀਂ ਇਹ ਵੇਖੋ ਵੀ ਜਿਹੜੀ ਸਾਡੀਆਂ ਸਾਂਝਾਂ ਰਹੀਆਂ ਨੇ ਉਹ ਜਮਨਾ ਪਾਰ ਨਾਲ ਨਹੀਂ ਰਹੀਆਂ, ਉਹ ਜਮਨਾ ਤੋਂ ਲਹਿੰਦੇ ਵੱਲ ਰਹੀਆਂ ਨੇ। ਸਾਡੀ ਜ਼ਬਾਨ ਦੇ ਵਿੱਚ ਕਾਬਲ ਕੰਧਾਰ ਆਉਂਦਾ ਹੈ, ਸਾਡੀ ਜ਼ਬਾਨ ਦੇ ਵਿੱਚ ਬਲਖ ਬੁਖਾਰਾ ਆਉਂਦਾ ਹੈ, ਸਾਡੀ ਜ਼ਬਾਨ ਦੇ ਵਿੱਚ ਮਿਸਰ ਆਉਂਦਾ ਹੈ, ਸਾਡੀ ਜ਼ਬਾਨ ਦੇ ਵਿੱਚ ਮੱਕਾ ਆਉਂਦਾ ਹੈ, ਬਗਦਾਦ ਆਉਂਦਾ ਹੈ। ਸਾਡੀ ਜ਼ਬਾਨ ਦੇ ਵਿੱਚ ਦਿੱਲੀ ਪਾਰ ਦਾ ਨਾ ਕਦੀ ਰਾਜਪੂਤਾਨਾ ਆਉਂਦਾ, ਨਾ ਕਦੀ ਅਵਧ ਆਉਂਦਾ ਹੈ। ਇਹ ਬੰਦਾ ਇਨਵਾਈਟ ਕਰ ਰਿਹਾ ਵੀ ਆ ਕੇ ਇੱਥੇ ਗਵਰਨਮੈਂਟ ਆਫ ਇੰਡੀਆ ਰੂਲ ਲਾ ਦੇ, ਤੇ ਉਹ ਤਾਂ ਉਦੋਂ ਵੱਡਾ ਗਦਾਰ ਕੌਣ ਹੋ ਸਕਦਾ? ਇਹ ਬੇਗੈਰਤ ਹੋ ਗਏ ਅਸੀਂ ਵੀ 700 ਬੰਦਾ ਹਾਲੇ ਪਿਛਲੇ ਸਾਲ ਮਰਵਾਇਆ ਹੋਵੇ ਤੇ ਅਸੀਂ ਇਹ ਸਾਰੇ ਦੇ ਸਾਰੇ ਲਾਈਨ ਬਣਾ ਕੇ ਬੀਜੇਪੀ 'ਚ ਵੜਨ ਨੂੰ ਤਿਆਰ ਹੋ ਗਏ ਸੀ। ਜਿਹੜੀ ਬੀਜੇਪੀ ਹੈ ਇਹਦੇ ਨਾਲ ਜਿਹੜੀ ਸਾਡਾ ਕਲੈਸ਼ ਹੈ ਪੰਜਾਬ ਦਾ, ਉਹ ਆਈਡੀਓਲੋਜੀ ਦਾ ਕਲੈਸ਼ ਹੈ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਮੈਂ ਰਣਦੀਪ ਸਿੰਘ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦਾ ਮਾਮਲਾ ਲਗਾਤਾਰ ਤੂਲ ਫੜ ਰਿਹਾ ਹੈ। ਬੀਜੇਪੀ ਦੇ ਵੱਲੋਂ ਲਗਾਤਾਰ ਕਾਂਗਰਸ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ। ਉੱਧਰੋਂ ਪੰਜਾਬ ਦੇ ਸੀਐਮ ਚੰਨੀ ਕਹਿ ਰਹੇ ਨੇ ਕਿ ਕੋਈ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਈ, ਐਵੇਂ ਪੰਜਾਬੀਆਂ ਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। ਵੱਖ-ਵੱਖ ਤਰ੍ਹਾਂ ਦੀ ਵਿਚਾਰ ਚਰਚਾ ਫੜ ਰਹੀ ਹੈ। ਦੂਜੇ ਪਾਸੇ ਹੁਣ ਸਿੱਖਾਂ ਦੇ ਉੱਪਰ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ। ਇੱਕ ਧਿਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 84 ਯਾਦ ਕਰਵਾ ਦਿੱਤੀ ਜਾਏਗੀ, ਜਿਸ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਆਇਆ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਹੋ ਜਿਹੀ ਨਫ਼ਰਤ ਫੈਲਾਉਣ ਵਾਲੇ ਅੱਤਵਾਦੀਆਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ। ਉਹਨਾਂ ਨੇ ਅੱਤਵਾਦੀ ਸ਼ਬਦ ਵੀ ਵਰਤਿਆ ਹੈ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕੀ ਸੋਚਦੇ ਹੋ ਇਸ ਮਸਲੇ ਨੂੰ ਲੈ ਕੇ? ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਹੋਈ ਹੈ ਜਾਂ ਨਹੀਂ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸ ਦੇ ਉੱਪਰ ਕੀ ਸਟੈਂਡ ਹੈ? ਕਿਉਂਕਿ ਕਾਂਗਰਸ ਇਹ ਕਹਿ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਈ, ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਪੰਜਾਬੀਆਂ ਦੀ ਦੇਸ਼ ਭਗਤੀ ਦੇ ਉੱਪਰ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ। ਬੀਜੇਪੀ ਕਹਿ ਰਹੀ ਹੈ ਕਿ ਇਸ ਦੇ ਵਿੱਚ ਕਾਂਗਰਸ ਦਾ ਵੱਡਾ ਰੋਲ ਹੈ ਤੇ ਕੇਂਦਰ ਵਾਲੀ ਜਿਹੜੀ ਕਾਂਗਰਸ ਹੈ, ਹਾਈ ਕਮਾਂਡ ਹੈ, ਉਸ ਦੇ ਇਸ਼ਾਰੇ 'ਤੇ ਸਾਰਾ ਕੁਝ ਕੀਤਾ ਗਿਆ। ਮਿਸਮੈਨੇਜਮੈਂਟ ਤਾਂ ਹੋ ਸਕਦੀ ਹੈ ਜੀ, ਉਹ ਵੀ ਪੁਲਿਸ ਦੀ ਔਰ ਸੈਂਟਰਲ ਏਜੰਸੀਜ਼ ਦੀ, MHA ਦੀ। ਬਟ ਜੇ ਕੋਈ ਇਹਦੇ 'ਚ ਕਾਮਨ ਪੰਜਾਬੀ ਇਨਵੋਲਵਡ ਹੈ ਜਾਂ ਕੁਛ ਹੈ, ਉਹ ਕੁਛ ਨਹੀਂ ਹੈਗਾ। ਬਾਕੀ ਤਾਂ ਇਹਨਾਂ ਨੇ ਹਾਈਪ ਬਣਾਈ ਹੋਈ ਹੈ ਜਿਹਦਾ ਕੋਈ ਬੇਸਿਸ ਨਹੀਂ ਹੈ, ਕੋਈ ਕੁਛ ਨਹੀਂ ਹੈਗਾ ਜੀ। ਤੁਹਾਨੂੰ ਕੀ ਲੱਗਦਾ ਹੈ ਇਹ ਹਾਈਪ ਕਿਉਂ ਬਣਾਈ ਜਾ ਰਹੀ ਹੈ? ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਰਸੀਆਂ ਖਾਲੀ ਸੀ, ਖਾਲੀ ਕੁਰਸੀਆਂ ਨੂੰ ਢੱਕਣ ਦਾ ਮਾਮਲਾ ਹੈ ਅਸਲ ਦੇ ਵਿੱਚ। ਇਹ ਵੀ ਜਿਹੜੀ ਹੈ ਬੁੱਧੀਜੀਵੀ ਵਰਗ ਦੇ ਵੱਲੋਂ ਵਿਚਾਰ ਦਿੱਤੀ ਜਾ ਰਹੀ ਹੈ ਕਿ ਇਸ ਕਰਕੇ ਇਸ ਦੇ ਉੱਪਰ ਰਾਜਨੀਤੀ। ਇਹ ਤਾਂ ਹੈ ਹੀ ਹੈ ਜੀ, ਇਹ ਹੈਗਾ ਐਪਰੈਂਟ ਰੀਜ਼ਨ। ਬਟ ਮੈਂ ਇਹ ਬਿਲੀਵ ਕਰਦਾ ਕਿ ਜਿਹੜੀ ਹਿੰਦੂ ਵੋਟ ਨੂੰ ਕੰਸੋਲੀਡੇਟ ਕਰਨਾ, ਉਹ ਇਹਨਾਂ ਦਾ ਹਮੇਸ਼ਾ ਹੀ ਏਜੰਡਾ ਇਹ ਰਿਹਾ ਕਿ ਮਾਈਨੋਰਿਟੀਜ਼ ਦੇ ਨਾ ਅਗੇਂਸਟ ਖੜੇ ਹੋ ਜਾਓ। ਹੁਣ ਯੂਪੀ ਇਲੈਕਸ਼ਨ ਆ ਰਹੀ ਉਹ ਇਹਨਾਂ ਲਈ ਬਹੁਤ ਵਾਈਟਲ ਹੈ। ਹੁਣ ਜਿਹੜੀ ਉੱਥੇ ਹਿੰਦੂਤਵਾ ਵੋਟ ਹੈ ਉਹਦੀ ਕੰਸੋਲੀਡੇਸ਼ਨ ਕਰਨ ਲਈ ਇਹ ਸਿੱਖਾਂ ਨੂੰ ਇਹ ਕਹਿਣਾ ਚਾਹੁੰਦੇ ਨੇ ਵੀ ਸਿੱਖ ਸਾਡੇ ਦੁਸ਼ਮਣ ਨੇ। ਸੋ ਇਹ ਬੇਸਿਕਲੀ ਮੇਰੇ ਹਿਸਾਬ ਨਾਲ ਜਿਹੜੀ ਹਿੰਦੂ ਵੋਟ ਹੈ ਉਹਨੂੰ ਕੰਸੋਲੀਡੇਸ਼ਨ ਕਰਨ ਦੀ ਇੱਕ ਸਟ੍ਰੈਟਜੀ ਹੈਗੀ ਹੈ। ਐਂਡ ਇਟ ਇਜ਼ ਵਟ ਆਈ ਬਿਲੀਵ ਇਜ਼ ਇਹ ਇੱਕ ਪਲੈਨਡ ਸਾਰਾ ਇਹਨਾਂ ਨੇ ਕੀਤਾ ਹੈਗਾ। ਬਿਕੋਜ਼ ਪ੍ਰਾਈਮ ਮਿਨਿਸਟਰ ਨੇ ਜਾਣਾ ਹੋਵੇ ਅਤੇ ਆਲਟਰਨੇਟਿਵ ਰੂਟਸ ਨਾ ਅਵੇਲੇਬਲ ਹੋਣ
ਇਟਸ ਇੰਪੋਸੀਬਲ। ਸੈਕੰਡਲੀ ਜਿਹੜਾ ਪੰਜਾਬ ਵਾਲਾ ਕਨਸੈਪਟ ਹੈਗਾ ਆ ਵੀ ਪੰਜਾਬੀ ਸੀ, ਪੰਜਾਬੀ ਤਾਂ ਵਿਚਾਰੇ 1.5 ਕਿਲੋਮੀਟਰ ਤੇ ਬੈਠੇ ਆ, ਉਹ ਤਾਂ ਕੋਈ ਪ੍ਰਾਈਮ ਮਿਨਿਸਟਰ ਦੇ ਨੇੜੇ ਨਹੀਂ ਆਇਆ, ਕੋਈ ਇਹਦਾ ਘਿਰਾਓ ਨਹੀਂ ਕੀਤਾ, ਉਹ ਜਿੱਥੇ ਬੈਠੇ ਸੀ ਉੱਥੇ ਬੈਠੇ ਰਹੇ, ਉਹ ਬਿਲਕੁਲ ਨਾਨ ਵਾਇਲੈਂਟ ਸੀਗੇ, ਉਹਨਾਂ ਨੇ ਕੋਈ ਇਹਨਾਂ ਦੇ ਨੇੜੇ ਤੇੜੇ ਨਹੀਂ ਆਇਆ। ਸਿਕਿਉਰਿਟੀ ਲੈਪਸ ਹੋਇਆ ਕਿੱਥੇ ਹੈ? ਜੇ ਹੋਇਆ ਤਾਂ ਇਹਨਾਂ ਦੀ ਮਿਸਮੈਨੇਜਮੈਂਟ ਆਫ ਰਾਊਟ ਹੋਇਆ, ਇਹਨਾਂ ਨੇ ਜਿਹੜੇ ਰਾਊਟ ਤੋਂ ਪ੍ਰਾਈਮ ਮਿਨਿਸਟਰ ਨੂੰ ਭੇਜਣਾ ਸੀ ਉਹ ਰਾਊਟ ਕਲੀਅਰ ਨਹੀਂ ਸੀ, ਇਹਦੇ ਉੱਤੇ ਕੁਝ ਨਹੀਂ ਹੈਗਾ, ਬਾਕੀ ਤਾਂ ਸਭ ਇਹਨਾਂ ਦੀਆਂ ਕਨਕੌਕਟਡ ਸਟੋਰੀਜ਼ ਨੇ ਜੀ। ਪਰ ਇਹ ਮਸਲਾ ਜਿਹੜਾ ਹੁਣ ਕੋਰਟ ਕਚਹਿਰੀਆਂ ਤੱਕ ਵੀ ਪਹੁੰਚ ਗਿਆ ਹੈ, ਕੋਰਟ ਕਚਹਿਰੀਆਂ ਦੇ ਵਿੱਚ ਵੀ ਇਸ ਮਸਲੇ ਦੇ ਉੱਪਰ ਹੁਣ ਜਿਹੜੀ ਅੱਗੇ ਕਾਰਵਾਈ ਹੋਏਗੀ ਤੇ ਦੋਸ਼ੀ ਠਹਿਰਾਇਆ ਜਾਏਗਾ ਪੰਜਾਬ ਦੀ ਕਾਂਗਰਸ ਨੂੰ। ਤੁਹਾਨੂੰ ਕੀ ਲੱਗਦਾ ਹੈ ਇਹ ਆਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਹੋ ਰਿਹਾ, ਜਿਵੇਂ ਕਿਹਾ ਜਾ ਰਿਹਾ ਕਿ ਨਿਸ਼ਾਨਾ ਪੰਜਾਬ ਤੇ ਲਾਇਆ ਤੇ ਉਧਰ ਧਿਆਨ ਯੂਪੀ ਦੇ ਵੱਲ ਹੈ? ਬਿਲਕੁਲ ਬਿਲਕੁਲ ਜੀ, ਸਾਰਾ ਕੁਝ। ਬਾਕੀ ਵੈਰੀ ਸੌਰੀ ਟੂ ਸੇ, ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਹੈ, ਤੁਸੀਂ ਬਰਗਾੜੀ ਦੇ ਕੇਸਿਸ 'ਚ ਦੇਖ ਲਿਆ, ਉਹ ਹਮੇਸ਼ਾ ਹੀ, ਚਾਹੇ ਇਲੈਕਸ਼ਨ ਕਮਿਸ਼ਨ ਹੈ, ਜੇ ਕਹੋ ਭਈ ਦੇ ਆਰ, ਉਹਨਾਂ ਦੇ ਸਕਰੂਪਲਸ ਹੈ ਨਹੀਂ ਜੀ। ਇਟਸ ਵੈਰੀ ਵੈਰੀ ਸੈਡ। ਜਿਹੜਾ ਆਪਣੇ ਆਪ ਨੂੰ ਡੈਮੋਕ੍ਰੈਟਿਕ ਕੰਟਰੀ ਕਹਿਣ ਵਾਲਾ, ਉਹਦੇ ਜਿਹੜੇ ਜੁਡੀਸ਼ੀਅਲ ਸਿਸਟਮਸ ਹੈਗੇ ਨੇ, ਜਿਹੜੀਆਂ ਆਟੋਨਮਸ ਬਾਡੀਜ਼ ਨੇ, ਔਰ ਸਾਰੀਆਂ ਗਵਰਨਮੈਂਟ ਦੇ ਕਹਿਣ 'ਤੇ ਚੱਲਦੀਆਂ ਨੇ। ਸੋ ਇਟਸ ਆਲ ਪਲੈਨਡ ਐਂਡ ਡਨ ਇਟ ਇਜ਼। ਔਰ ਪੰਜਾਬ 'ਚ ਮੈਂ ਨਹੀਂ, ਕੋਈ ਸਾਡਾ ਕੋਈ ਕਸੂਰ ਨਹੀਂ, ਔਰ ਵਾਪਰਿਆ ਵੀ ਕੁਛ ਨਹੀਂ। ਉਹ ਕਹਿੰਦੇ ਨਾ ਕੀ ਵਾਪਰ ਗਿਆ, ਕੀ ਵਾਪਰਿਆ? ਪ੍ਰਾਈਮ ਮਿਨਿਸਟਰ ਨੂੰ ਰਾਹ ਬਦਲਣਾ ਪਿਆ। ਦੇਖੋ, ਜੇ ਸਟੇਟਸਮੈਨ ਸੀਗਾ, ਜੇ ਉਹ ਪੋਲੀਟੀਸ਼ੀਅਨ ਸੀਗਾ, ਪ੍ਰਾਈਮ ਮਿਨਿਸਟਰ ਲੋਕਾਂ ਦਾ ਰਿਪਰੈਜ਼ੈਂਟੇਟਿਵ ਹੁੰਦਾ ਹੈ। ਇਹਨੂੰ ਜੇ ਸੀਗਾ ਵੀ ਇੱਥੇ 100-200 ਕਿਸਾਨ ਬੈਠਾ ਹੈ, ਉਹ ਨਾਰਾਜ਼ ਹੈ, ਉਹ ਪ੍ਰੋਟੈਸਟ ਕਰ ਰਿਹਾ ਹੈ, ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਨੇ, ਜਿਹੜੇ ਲੋਕਾਂ ਦੇ ਐਕਚੁਅਲ ਲੀਡਰਸ ਨੇ, ਉਹਨੂੰ ਕੀ ਚਾਹੀਦਾ ਸੀ? ਉਹ ਆਪਦੀ ਗੱਡੀ 'ਚ ਉਤਰਦਾ, ਉਹਨਾਂ ਨੂੰ ਜਾ ਕੇ ਮਿਲਦਾ। ਤੁਸੀਂ ਇੱਕ ਪੰਜਾਬੀ ਹੋ, ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕਰ ਰਹੇ ਹੋ, ਤੁਸੀਂ ਦੱਸੋ ਜੇ ਪ੍ਰਾਈਮ ਮਿਨਿਸਟਰ ਉੱਤਰ ਕੇ ਉਹਨਾਂ ਕੋਲ ਕਲੇ ਜਾਣਾ, ਉਹਨੂੰ ਸਿਰ 'ਤੇ ਚੁੱਕ ਲੈਣਾ ਸੀ ਇਹਨਾਂ ਨੇ। ਇਹ ਬਣਾਉਂਦੇ ਨੇ, ਇਹ ਤਾਂ ਇਹਨਾਂ ਦਾ ਆਪਣਾ ਜੇ ਕੋਈ ਅੰਦਰੋਂ ਵਹਿਮ ਔਰ ਡਰ ਔਰ ਚੋਰ ਹੈ, ਉਹ ਬੋਲਦਾ ਪ੍ਰਾਈਮ ਮਿਨਿਸਟਰ ਦਾ ਜੀ। ਇਹਦੇ ਉੱਤੇ ਮੈਨੂੰ ਲੱਗਦਾ ਇਹ ਤਾਂ ਇਹਦੀ ਜਿਹੜੀ ਕਾਵਰਡ ਹੈ, ਇਹਨੇ ਅੱਜ ਤੱਕ ਜਿੱਦਣ ਦਾ ਪ੍ਰਾਈਮ ਮਿਨਿਸਟਰ ਬਣਿਆ, ਇਹਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਫੇਸ ਕੀਤੀ। ਹੀ ਇਜ਼ ਅਫਰੇਡ ਆਫ ਫੇਸਿੰਗ ਪੀਪਲ। ਸੋ ਐਕਚੁਅਲ ਕੋਈ ਵੀ ਜਿਹੜਾ ਜਿਹਨੂੰ ਕਹੋ ਨਾ ਵੀ ਸਟੇਟਸਮੈਨ, ਪੋਲੀਟੀਸ਼ੀਅਨ, ਰਿਪਰੈਜ਼ੈਂਟੇਟਿਵ ਆਫ ਦ ਪੀਪਲ, ਜੋ ਮਰਜ਼ੀ ਕਹਿ ਲਓ, ਹੀ ਹੈਜ਼ ਟੂ ਗੋ ਟੂ ਦ ਮਾਸਿਸ, ਉਹਨਾਂ ਨਾਲ ਜਾ ਕੇ ਗੱਲ ਕਰੂਗਾ ਤਾਂ ਹੀ ਹੈ ਨਾ। ਇਹ ਉੱਤਰ ਕੇ ਗਿਆ। ਸੋ ਬਾਕੀ ਇੱਥੇ ਗੱਲ ਸੁਣੋ ਵੀ ਇਹਨਾਂ ਨੇ ਇਸ਼ੂ ਬਣਾਇਆ ਹੈਗਾ 2017 'ਚ, ਇਹਨੂੰ ਨੋਇਡਾ, ਉੱਥੇ ਗੌਤਮ ਬੁੱਧ ਨਗਰ ਯੂਪੀ 'ਚ ਰੋਕਿਆ ਗਿਆ, ਉੱਥੇ ਟ੍ਰੈਫਿਕ 'ਚ ਫਸਿਆ ਰਿਹਾ, ਐਂਡ ਇਟ ਰਿਕਾਰਡਡ ਹੈਗਾ ਆ, ਤੁਸੀਂ ਇੰਟਰਨੈਟ 'ਤੇ ਜਾਓ। 18 ਦੇ ਵਿੱਚ ਇਹ ਦਿੱਲੀ ਫਸਿਆ ਰਿਹਾ, ਠੀਕ ਹੈ, ਉਦੋਂ ਤਾਂ ਕੋਈ ਨਹੀਂ ਹੋਇਆ। ਮਨਮੋਹਨ ਸਿੰਘ ਤੇ ਵੀ ਉੱਥੇ ਗੁਜਰਾਤ 'ਚ ਕਿਸ ਨੇ ਜੁੱਤੀ ਚਲਾਈ ਸੀ ਐਜ਼ ਪ੍ਰਾਈਮ ਮਿਨਿਸਟਰ ਵੈਨ ਹੀ ਵਾਜ਼ ਅ ਸਿਟਿੰਗ ਚੀਫ ਮਿਨਿਸਟਰ, ਉਹ ਸਿਕਿਉਰਿਟੀ ਲੈਪਸ ਹੋ ਗਿਆ। ਇਹ ਤਾਂ ਐਵੇਂ ਹੁਣ ਇਹਨਾਂ ਨੇ ਜਿਹੜਾ ਹਿੰਦੂਤਵਾ ਜਿਹੜੀ ਫੋਰਸਿਸ ਨੇ, ਜਿਹੜਾ ਇਹਨਾਂ ਦਾ ਗੋਦੀ ਮੀਡੀਆ ਹੈ, ਉਹ ਜਿਹੜਾ ਇੱਕ ਪਲੇ ਅਪ ਕਰਦੇ ਨੇ ਹਰ ਚੀਜ਼ ਨੂੰ, ਵਾਟ ਸੂਟਸ ਦ ਨੈਰੇਟਿਵ ਆਫ ਦ ਬੀਜੇਪੀ, ਐਂਡ ਉਹ ਨੈਰੇਟਿਵ ਬਿਲਡਿੰਗ ਦਾ ਪਾਰਟ ਹੈ ਇਹ ਜੀ। ਇਸ ਮੌਕੇ ਤੇ ਜੋ ਬਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤੇ ਜਾ ਰਹੇ ਨੇ, ਉਹ ਇੱਕ ਇੰਟਰਵਿਊ ਦੇ ਦੌਰਾਨ ਉਤਰ ਕੇ ਗੱਡੀ ਦੇ ਵਿੱਚੋਂ ਜਿਹੜੇ ਮੁਜ਼ਾਹਰਾ ਕਰ ਰਹੇ ਨੇ ਉਹਨਾਂ ਨੂੰ ਮਿਲਦੇ ਵੀ ਨੇ। ਤੁਸੀਂ ਕੀ ਸੋਚਦੇ ਹੋ ਉਸ ਬਾਰੇ ਸ਼੍ਰੋਮਣੀ ਅਕਾਲੀ ਦਲ ਕੀ ਸੋਚਦਾ? ਕੋਈ ਕਹਿ ਰਿਹਾ ਕਿ ਚੰਨੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਪਰ ਚੰਨੀ ਦਬਿਆ ਨਹੀਂ। ਚੰਨੀ ਦੇ ਇਸ ਮੌਕੇ ਦੇ ਉੱਪਰ ਜਿਹੜੇ ਬਿਆਨ ਨੇ ਜਾਂ ਜੋ ਉਹਨਾਂ ਵੱਲੋਂ ਜੋ ਵੀ ਕੀਤਾ ਜਾ ਰਿਹਾ, ਉਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖ ਰਿਹਾ? ਇਹ ਉਹ ਆਪਣੀ ਪੋਜੀਸ਼ਨ ਜਸਟੀਫਾਈ ਕਰ ਰਹੇ ਨੇ। ਦੇਖੋ, ਜੇ ਕਿਤੇ ਲੈਪਸ ਹੋਇਆ ਹੈਗਾ, ਲੈਪਸ ਸਿਰਫ ਰਾਊਟ ਮੈਨੇਜਮੈਂਟ ਦਾ ਹੋਇਆ ਹੈਗਾ। ਉਹਦੇ ਲਈ ਹੁਣ ਕੌਣ ਜ਼ਿੰਮੇਵਾਰ ਹੈ? ਉਹ ਤਾਂ ਇਹਨਾਂ ਦੀ ਇੰਟਰਨਲ ਜਿਹੜੀ ਕੋਰਸਪੋਂਡੈਂਸ ਹੈ ਉਹ ਹੈ। ਉਹਦੇ ਲਈ ਚੀਫ ਮਿਨਿਸਟਰ ਰਿਸਪੋਂਸੀਬਲ ਹੈ ਜਾਂ ਉਹ ਤਾਂ ਨਹੀਂ, ਚੀਫ ਮਿਨਿਸਟਰ ਨਹੀਂ ਰਿਸਪੋਂਸੀਬਲ, ਇਹ ਤਾਂ ਲੋਕਲ ਲੈਵਲ 'ਤੇ ਆਫੀਸ਼ੀਅਲਸ ਨੇ। ਔਰ ਇਹ ਜ਼ਰੂਰੀ ਨਹੀਂ ਹੈ ਵੀ ਗਲਤੀ ਪੰਜਾਬ ਪੁਲਿਸ ਜਾਂ ਪੰਜਾਬ ਦੇ ਅਫਸਰਾਂ ਦੀ ਹੋਵੇ, ਗਲਤੀ MHA ਦੀ ਵੀ, ਬਿਕੋਜ਼ ਜਦੋਂ ਤੁਸੀਂ I have seen them working on a very close quarters। ਹੁੰਦਾ ਕੀ ਹੈਗਾ ਆ ਵੀ ਜਿਹੜੀ ਯੂਨੀਅਨ ਏਜੰਸੀਜ਼ ਨੇ, ਉਹ ਸਟੇਟ ਗਵਰਨਮੈਂਟ ਦੀਆਂ ਜਿਹੜੀਆਂ ਏਜੰਸੀਜ਼ ਨੇ, ਚਾਹੇ ਪੁਲਿਸ ਹੈ, ਚਾਹੇ ਇੰਟੈਲੀਜੈਂਸ ਹੈ, ਚਾਹੇ CID ਹੈ, ਉਹਨਾਂ 'ਤੇ ਇੰਨੀਆਂ ਹਾਵੀ ਹੁੰਦੀਆਂ ਨੇ, ਉਹ ਜੋ ਕਹਿ ਦਿੰਦੇ ਨੇ ਅੱਗੋਂ ਯੈਸ ਸਰ ਕਹਿ ਦਿੰਦੀਆਂ ਨੇ ਸਟੇਟ ਏਜੰਸੀ। ਸੋ ਗਲਤੀ ਜ਼ਰੂਰੀ ਨਹੀਂ ਪੰਜਾਬ ਪੁਲਿਸ ਦੀ ਹੋਵੇ, ਇਹ ਤਾਂ ਵਿਚਾਰੇ ਡਰੇ ਹੁਣ ਆਪਦੀਆਂ ਜਸਟੀਫਿਕੇਸ਼ਨਾਂ ਦੇਈ ਜਾਂਦੇ ਨੇ। ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਇੰਨੀ ਡਰਨ ਦੀ ਵੀ ਕੀ ਲੋੜ ਹੈ। ਲੈਟ ਦ ਟਰੁੱਥ ਕਮ ਆਊਟ। ਹਾਂਜੀ, ਜੋ ਬਿਆਨ ਆ ਰਹੇ ਨੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਸਿੱਖਾਂ ਦੇ ਬਾਰੇ, ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਆਇਆ ਕਿ ਇਹ ਵੀ ਇੱਕ ਤਰ੍ਹਾਂ ਦਾ ਅੱਤਵਾਦ ਹੈ, ਜੋ ਨਫ਼ਰਤ ਫੈਲਾਈ ਜਾ ਰਹੀ ਹੈ, ਇਸ ਦੇ ਉੱਪਰ ਰੋਕ ਹੋਣੀ ਚਾਹੀਦੀ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਬਹੁਤ ਜ਼ਿਆਦਾ ਜੀ, ਇਹ ਤਾਂ ਇਹੀ ਤਾਂ ਕਿ ਮਾਈਨੋਰਿਟੀਜ਼ ਨੂੰ ਦਬਾਉਣ ਦੀ ਗੱਲ ਹੈ। ਇਹਨਾਂ ਨੂੰ ਮੈਂ ਬੜੀ ਹਲੀਮੀ ਨਾਲ ਕਹਿਣਾ ਚਾਹੁੰਦਾ ਵੀ 84 ਸਾਨੂੰ ਯਾਦ ਕਰਾਉਂਦੇ ਨੇ, ਫਿਰ 84 ਤੋਂ 94 ਵੀ ਯਾਦ ਰੱਖ ਲੈਣਾ, ਕਿਉਂਕਿ ਇਹ ਚਾਹੁੰਦੇ ਨੇ ਇਹ ਸਾਰਾ ਕੁਝ ਹੋਵੇ। ਜਿਹੜਾ ਇਹ ਚਾਹੁੰਦਾ ਨਾ, ਫਿਰ ਇਹ ਸਾਰਾ ਕੁਝ ਹੋਵੇ।
ਸੋ ਇਹ ਐਕਸੈਪਟੇਬਲ ਨਹੀਂ ਹੈਗੀਆਂ। ਮਾਡਰਨ ਡੈਮੋਕ੍ਰੈਟਿਕ ਜਿਹੜੇ ਮੁਲਕ ਨੇ ਉਹਨਾਂ 'ਚ ਇਹ ਚੀਜ਼ਾਂ ਐਕਸੈਪਟੇਬਲ ਹੀ ਹੈ ਨਹੀਂ। ਔਰ ਜਿਹੜਾ ਕਹਿ ਰਿਹਾ ਉਹਨੂੰ ਪੁੱਠਾ ਟੰਗ ਦੇਣਾ ਚਾਹੀਦਾ। ਉਹਨਾਂ ਨੇ ਟੰਗਣਾ ਨਹੀਂ। ਇਹਨਾਂ ਨੇ ਤਾਂ ਆਪਦੇ ਜਿੰਨੇ ਹੋਮ ਮਿਨਿਸਟਰ ਦੇ ਮੁੰਡੇ ਨੇ, ਯੂਨੀਅਨ ਜਿਹੜਾ MOS ਹੋਮ ਹੈ ਉਹਦੇ ਮੁੰਡੇ ਨੇ ਇੰਨੇ ਕਿਸਾਨ ਮਾਰਤੇ, ਉਹਨਾਂ ਦਾ ਕੁਝ ਨਹੀਂ ਕੀਤਾ। ਇਹਨਾਂ ਦਾ ਕੀ ਕਰਨਾ? ਕੋਈ ਹੋਪ ਨਹੀਂ ਹੈਗੀ ਜੀ ਇਹਨਾਂ ਕੋਲੋਂ। ਹਾਂਜੀ, ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨਾਂ ਦੇ ਵਿੱਚ ਹਾਲੇ ਵੀ ਰੋਸ ਹੈ, ਭਾਵੇਂ ਕਿ ਖੇਤੀ ਕਾਨੂੰਨ ਜਿਹੜੇ ਉਹ ਰੱਦ ਕਰ ਦਿੱਤੇ ਗਏ, ਕਿਸਾਨਾਂ ਨੇ ਉੱਥੋਂ ਧਰਨਾ ਵੀ ਚੱਕ ਲਿਆ। ਤੁਹਾਨੂੰ ਕੀ ਲੱਗਦਾ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਹੈ, ਕਿਤੇ ਨਾ ਕਿਤੇ ਕਿਸਾਨ ਵੀ ਇਹ ਚਾਹੁੰਦੇ ਸਨ ਕਿ ਮੋਦੀ ਸਾਹਿਬ ਜਿਨ੍ਹਾਂ ਨੇ 700 ਤੋਂ ਉੱਪਰ ਸ਼ਹੀਦ ਕਿਸਾਨਾਂ ਦੇ ਉੱਪਰ ਕੋਈ ਇੱਕ ਸ਼ਬਦ ਨਹੀਂ ਬੋਲਿਆ, ਉਹ ਸ਼ਬਦ ਉਹਨਾਂ ਨੂੰ ਬੋਲਣੇ ਚਾਹੀਦੇ ਸੀ, ਇਸ ਕਰਕੇ ਵੀ ਜਿਹੜੇ ਰੈਲੀ ਦੇ ਵਿੱਚ ਲੋਕ ਜਾ ਰਹੇ ਸਨ ਉਹਨਾਂ ਦਾ ਵਿਰੋਧ ਹੋਇਆ ਜਾਂ ਉਹਨਾਂ ਨੂੰ ਰੋਕਿਆ ਗਿਆ? 700 ਬੰਦਾ ਸ਼ਹੀਦ ਹੋਇਆ ਹੋਵੇ, ਜਿਸ ਕਮਿਊਨਿਟੀ ਦਾ, ਜਿਸ ਪਰਿਵਾਰ ਦਾ, ਜਿਸ ਖਿੱਤੇ ਦਾ, ਉਹ ਕਿਵੇਂ ਜਿੱਦਾਂ ਕਾਰਨ ਸ਼ਹੀਦ ਹੋਇਆ ਹੋਵੇ, ਕਿਵੇਂ ਭੁੱਲਿਆ ਜਾ ਸਕਦਾ? ਇਹ ਤਾਂ ਜੇ ਤੁਸੀਂ, ਇਹ ਤਾਂ ਪੋਸੀਬਲ ਹੀ ਹੈ ਨਹੀਂ ਨਾ। ਔਰ ਇਹ ਨਹੀਂ ਅੱਜ, ਇਹ ਕਈ ਦੇਰ ਤੱਕ ਨਹੀਂ ਭੁੱਲਣਾ। ਇਹ ਮੋਦੀ ਸਾਹਿਬ ਦੀ ਕਬਰ ਤੱਕ ਜਾਏਗਾ ਇਹ ਗਿਲਾ ਵੀ ਇਹਨਾਂ ਨੇ ਸਾਡਾ 700 ਬੰਦਾ ਮਰਵਾਤਾ ਸਿਰਫ 2-4 ਜਿਹੜੇ ਇੰਡਸਟਰੀਅਲਿਸਟ ਘਰਾਣੇ ਨੇ ਉਹਨਾਂ ਦੀ ਜੀ ਹਜ਼ੂਰੀ 'ਚ। ਸੋ ਇਹ ਦਾਗ ਮੋਦੀ ਤੋਂ ਲੱਥ ਨਹੀਂ ਸਕਦਾ, ਜੋ ਮਰਜ਼ੀ ਕਰੀ ਜਾਏ। ਜਿਹੜਾ ਮੋਦੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣੀ ਜਾਨ ਬਚਾ ਕੇ ਆਇਆ, ਵੀ ਮੈਨੂੰ ਜਾਨ ਦਾ ਇੱਕ ਤਰ੍ਹਾਂ ਖਤਰਾ ਹੋ ਗਿਆ ਸੀਗਾ, ਇਸ ਬਿਆਨ ਦੇ ਉੱਪਰ ਬੜੀ ਚਰਚਾ ਛਿੜੀ ਹੋਈ ਹੈ। ਕੋਈ ਕਹਿ ਰਿਹਾ ਹੈ ਕਿ ਮੋਦੀ ਸਾਹਿਬ ਤਾਂ ਝੁਕਣ ਵਾਲੇ ਨਹੀਂ ਸੀਗੇ, ਡਰਨ ਵਾਲੇ ਨਹੀਂ ਸੀ। ਮੋਦੀ ਸਾਹਿਬ ਦੇ ਮੂੰਹ ਤੋਂ ਇਹ ਸ਼ਬਦ ਨਿਕਲਣੇ ਕਿ ਮੈਂ ਤਾਂ ਮਸਾਂ ਬਚ ਕੇ ਆਇਆ, ਇਹ ਬੜੀ ਅਜੀਬ ਜੀ ਗੱਲ, ਅਚੰਭੇ ਜੀ ਵਾਲੀ ਗੱਲ ਲੋਕਾਂ ਨੂੰ ਲੱਗ ਰਹੀ ਹੈ। ਤੁਸੀਂ ਕੀ ਸੋਚਦੇ ਹੋ, ਪ੍ਰਧਾਨ ਮੰਤਰੀ ਦੇ ਇਸ ਬਿਆਨ ਪਿੱਛੇ ਕੀ ਰਾਜਨੀਤੀ ਹੈ, ਜਾਂ ਵਾਕਈ ਉਹ ਡਰ ਗਏ ਸੀਗੇ ਇੱਥੇ ਜਦੋਂ ਪਹੁੰਚਦੇ ਨੇ, ਜਾਂ ਉਹਨਾਂ ਨੂੰ ਰੋਕਿਆ ਜਾਂਦਾ ਹੈ, ਜਾਂ ਉਹ ਅੱਗੇ ਦੇਖਦੇ ਨੇ ਕਿ ਰਸਤਾ ਰੋਕਿਆ ਹੋਇਆ ਹੈ, ਕਿਸਾਨ ਬੈਠੇ ਹੋਏ? ਦੇਖੋ, ਜਿਹੜਾ 56 ਇੰਚ ਦੀ ਛਾਤੀ ਹੈ, ਇਹ BJP ਨੇ ਇੱਕ ਨੈਰੇਟਿਵ ਬਿਲਡ ਕੀਤਾ ਸੀਗਾ ਜੋ ਬਿਲਕੁਲ ਹੀ ਜਿਹਦੇ 'ਚ ਸੱਚ ਹੈ ਨਹੀਂ। ਉਹ 56 ਇੰਚ ਦੀ ਛਾਤੀ ਉਹ ਗਲਵਾਨ ਵੈਲੀ 'ਚ ਕਿੱਥੇ ਗਈ ਜਦੋਂ ਚੀਨ ਕਰਦਾ? ਇਹ ਕੋਈ ਗੱਲ ਹੁੰਦੀ ਹੈ, ਇਹ ਪਾਕਿਸਤਾਨ ਨੂੰ ਦੋਸ਼ੀ ਕਰ ਲੈਂਦੇ ਨੇ। ਚੀਨ ਇਹਨਾਂ ਦੇ ਅੰਦਰ ਵੀ ਮੀਲਾਂ ਦੇ ਕੋਸਾਂ ਦੇ ਕੋਸ ਮੀਲ ਅੰਦਰ ਆ ਜਾਂਦਾ ਹੈ, ਅਤੇ ਇਹਨਾਂ ਦੇ ਇਹ ਜ਼ਬਾਨ ਨਹੀਂ ਖੁੱਲ੍ਹਦੀ ਇਹਨਾਂ ਦੀ। ਸੋ ਬੇਸਿਕਲੀ ਡਰਪੋਕ ਲੋਕ ਨੇ। ਅਤੇ ਜਿਹੜਾ ਇਹਨੇ ਕਿਹਾ ਨਾ ਉਦੋਂ ਵੀ ਚੀਫ ਮਿਨਿਸਟਰ ਨੂੰ ਕਹਿ ਦਿਓ ਮੈਂ ਜਾਨ ਬਚ ਕੇ, ਉਹ ਇਹਨਾਂ ਦੀ ਇਹਦੀ ਅੰਦਰੋਂ ਇਨਸਿਕਿਉਰਿਟੀ ਔਰ ਇਹਦੀ ਅਸਲੀਅਤ ਬੋਲਦੀ ਹੈ। ਤਾਂ ਇਹ ਤਾਂ ਐਂਡ ਗੁਜਰਾਤੀ ਕਲਚਰ ਹਰ ਥਾਂ ਦਾ ਕਲਚਰ ਹੈ। ਇਹਨਾਂ 'ਚ ਤਾਂ ਸ਼ਹਾਦਤ ਔਰ ਜਾਨ ਲੈਣਾ ਦੇਣਾ पॉसिबल नहीं है। इतना मैं कई बार गुजरातियों ने इंटरेक्ट करता, मैंने कहते अरे क्या है आप ऐसे क्यों मारते हो, क्यों आप दुश्मनी करते हो, क्यों नहीं भूलते? हुण साडा पिछोकड़ एंड साडा करैक्टर बड़ा डिफरेंट है। जिहड़ा जमुना पार वाला हिंद है दा करैक्टर बहुत डिफरेंट है। सो प्रॉब्लम है कि असी वी आर वेरी वेरी इमोशनल पीपल, ते असी ना असी दो यारां दे यार, दोस्तां दे दोस्त, दुश्मनां दे दुश्मन होंदे आ। ਐਂਡ ਫਿਰ ਉਹ ਨਿਭਾਉਣੀ ਵੀ, ਯਾਰੀ ਵੀ ਨਿਭਾਈ ਦੀ ਹੈ, ਦੁਸ਼ਮਣੀ ਵੀ ਨਿਭਾਈ ਦੀ ਹੈ। ਸਾਡਾ ਕਰੈਕਟਰ ਹੈ ਐਂਡ ਦੇ ਹੈਵ ਟੂ ਅੰਡਰਸਟੈਂਡ, ਰੈਸਟ ਆਫ ਇੰਡੀਆ ਹੈਜ਼ ਟੂ ਅੰਡਰਸਟੈਂਡ। ਐਂਡ ਇਹ ਕਰੈਕਟਰ ਮੈਂ ਇਕੱਲਾ ਸਿੱਖ ਦਾ ਕਰੈਕਟਰ ਨਹੀਂ ਕਹਿ ਰਿਹਾ, ਜਿਹੜਾ ਪੰਜਾਬ ਦੀ ਸਰਜ਼ਮੀਨ 'ਚ ਉਤਪੰਨ ਹੋਇਆ, ਇੱਥੋਂ ਦੇ ਕਲਚਰ 'ਚ ਪਲਿਆ, ਉਹਦਾ ਸਾਰਾ ਕਰੈਕਟਰ ਹੀ ਇਸ ਤਰ੍ਹਾਂ ਹੈਗਾ। ਉਹ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ। ਪੰਜਾਬ ਦੇ ਮੁਸਲਮਾਨ ਦਾ ਕਰੈਕਟਰ ਯੂਪੀ ਦੇ ਮੁਸਲਮਾਨ ਨਾਲੋਂ ਬਹੁਤ ਫਰਕ ਹੈ। ਪੰਜਾਬ ਦੇ ਹਿੰਦੂ ਦਾ ਕਰੈਕਟਰ ਯੂਪੀ ਦੇ ਹਿੰਦੂ ਨਾਲ ਬਹੁਤ। ਇਹ ਗੁਰੂ ਨਾਨਕ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲਸਫੇ ਨਾਲ ਇੱਥੋਂ ਦੇ ਲੋਕ ਜੁੜੇ ਹੋਏ ਨੇ। ਚਾਹੇ ਪੰਜਾਬ ਜਿਹੜਾ ਹੈ ਉਹ ਪੂਰੇ ਹਿੰਦੁਸਤਾਨ ਦੇ ਵੱਖ-ਵੱਖ ਰਾਜਾਂ ਤੋਂ ਬਿਲਕੁਲ ਅਲੱਗ ਤਰ੍ਹਾਂ ਸੋਚਦਾ ਹੈ। ਬਿਲਕੁਲ, ਬਿਕੋਜ਼ ਹਿਸਟੋਰੀਕਲੀ ਤੁਸੀਂ ਇਹ ਵੇਖੋ ਵੀ ਜਿਹੜੀ ਸਾਡੀਆਂ ਸਾਂਝਾਂ ਰਹੀਆਂ ਨੇ ਉਹ ਜਮਨਾ ਪਾਰ ਨਾਲ ਨਹੀਂ ਰਹੀਆਂ, ਉਹ ਜਮਨਾ ਤੋਂ ਲਹਿੰਦੇ ਵੱਲ ਰਹੀਆਂ ਨੇ। ਜੇ ਸਾਡੇ ਕੋਈ ਪੰਜਾਬੀ ਦੇ ਅਖਾਣ ਵੀ ਨੇ ਨਾ, ਜਿਵੇਂ ਮਿਸਾਲ ਦੇ ਤੌਰ 'ਤੇ ਇੱਕ ਅਖਾਣ ਹੈਗਾ ਆ, ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਸਾਡੀ ਜ਼ਬਾਨ ਦੇ ਵਿੱਚ ਕਾਬਲ ਕੰਧਾਰ ਆਉਂਦਾ, ਸਾਡੀ ਜ਼ਬਾਨ ਦੇ ਵਿੱਚ ਬਲਖ ਬੁਖਾਰਾ ਆਉਂਦਾ ਹੈ, ਸਾਡੀ ਜ਼ਬਾਨ ਦੇ ਵਿੱਚ ਮਿਸਰ ਆਉਂਦਾ ਹੈ, ਸਾਡੀ ਜ਼ਬਾਨ ਦੇ ਵਿੱਚ ਮੱਕਾ ਆਉਂਦਾ ਹੈ, ਬਗਦਾਦ ਆਉਂਦਾ ਹੈ। ਸਾਡੀ ਜ਼ਬਾਨ ਦੇ ਵਿੱਚ ਦਿੱਲੀ ਪਾਰ ਦਾ ਨਾ ਕਦੀ ਰਾਜਪੂਤਾਨਾ ਆਉਂਦਾ, ਨਾ ਕਦੀ ਅਵਧ ਆਉਂਦਾ ਹੈ। ਸਾਡੀ ਜਿਹੜੀ ਕਲਚਰਲ ਐਂਡ ਅਫਿਨਿਟੀ ਸਿਮੂਲੇਸ਼ਨ ਹੈ ਉਹ ਸਾਰੀ, ਔਰ ਸਭ ਤੋਂ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਪੋਲੀਟੀਕਲ ਰਾਈਟਿੰਗਸ ਨੇ ਉਹ ਸਾਰੀਆਂ ਫਾਰਸੀ 'ਚ ਨੇ। ਸੋ ਇਹ ਤਾਂ ਇੱਕ ਆਰਟੀਫਿਸ਼ੀਅਲ ਬਾਊਂਡਰੀਜ਼ ਕ੍ਰੀਏਟ ਕਰਕੇ
ਬਾਰਡਰ ਕ੍ਰੀਏਟ ਕਰਕੇ ਸਾਨੂੰ ਅਸੀਂ ਨਾ ਇੱਧਰ ਬੈਠੇ ਹਾਂ। ਬਟ ਜੇ ਸਾਡੀ ਹਿਸਟੋਰਿਕ ਸਾਂਝ ਹੈ ਬਾਬਾ ਬੁੱਲੇ ਔਰ ਸਿੱਖਾਂ ਤੋਂ ਪਹਿਲਾਂ ਦੀ, ਗੁਰੂ ਸਾਹਿਬ ਤੋਂ ਪਹਿਲਾਂ ਦੀ, ਚਾਹੇ ਬਾਬਾ ਬੁੱਲੇ ਸ਼ਾਹ ਤੋਂ ਲਾ ਲਓ, ਉਹ ਸਾਰੀਆਂ ਜਿਹੜੀਆਂ ਸਾਂਝਾਂ ਨੇ ਉਹ ਸੈਂਟਰਲ ਏਸ਼ੀਆ ਨਾਲ ਨੇ, ਤੁਰਕੀ ਨਾਲ ਨੇ। ਬਿਕੋਜ਼ ਤੁਸੀਂ ਇਹ ਜਿਹੜੀ ਜ਼ਮੀਨ ਹੈ ਪੰਜਾਬ ਦੀ ਸਰ ਜ਼ਮੀਨ, ਇਹਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਗਵਰਨਮੈਂਟ ਆਫ ਇੰਡੀਆ ਨੂੰ। ਇਹ ਜਿਹੜੀ ਜ਼ਮੀਨ ਹੈ ਇਹਨੇ ਪਿਛਲੇ 3000 ਸਾਲ ਤੋਂ ਕਦੀ ਪੀਸ ਨਹੀਂ ਦੇਖੀ। ਹਰ 25-30 ਸਾਲ ਬਾਅਦ ਇੱਥੇ ਬਲੱਡ ਸ਼ੈਡ ਹੁੰਦਾ ਹੈ। ਚਾਹੇ ਏਰੀਅਨ ਇਨਵੇਜਨ ਹੈ ਜਿਹੜੀ, ਉਹਨੂੰ ਤਾਂ ਚਲੋ ਹਿਸਟੋਰੀਅਨ ਡਾਊਟ ਕਰਦੇ ਨੇ ਵੀ ਉਹ ਸੀ ਨਹੀਂ ਸੀ, ਮੈਂ ਉਹਦੇ 'ਚ ਨਹੀਂ ਜਾਂਦਾ। ਪਹਿਲਾਂ ਅਲੈਗਜ਼ੈਂਡਰ ਆਇਆ, ਸਿਕੰਦਰ ਆਇਆ, ਫਿਰ ਉਦੋਂ ਬਾਅਦ ਕੁਸ਼ਾਨਜ਼ ਆਏ, ਸਾਰੇ ਆਉਂਦੇ ਰਹੇ, ਅਰਬ ਆਏ, ਮੁਗਲ ਆਏ। ਔਰ ਜਿਹੜਾ ਵੀ ਆਇਆ ਹੈ ਬਾਹਰੋਂ ਇੱਥੇ ਇਸ ਹਿੰਦੁਸਤਾਨ 'ਤੇ ਜਿਹਨੇ ਰਾਜ ਕੀਤਾ ਜਾਂ ਇਨਵੇਡਰ ਆਇਆ, ਉਹ ਜਮਨਾ ਤੋਂ ਪਾਰ ਸੈਟਲ ਨਹੀਂ ਹੋਇਆ। ਉਹ ਦੂਰੋਂ ਦੂਰ ਜਿਹੜਾ ਸੈਟਲ ਹੋਇਆ ਨਾ, ਉਹ ਆਗਰੇ ਹੋਇਆ। ਔਰ ਆਹ ਜਿਹੜਾ ਖਿੱਤਾ ਹੈਗਾ, ਮੋਸਟਲੀ ਲੋਕ ਇੱਥੇ ਸੈਟਲ ਹੋਏ ਨੇ। ਜਿਹੜੀ ਪੰਜਾਬਾਂ ਦੀ ਧਰਤੀ ਹੈ, ਉਹਦੇ ਵਿੱਚ ਕੀ ਹੋਇਆ, ਮੈਂ ਜੇ ਆਪਾਂ ਸਾਇੰਟੀਫਿਕ ਗੱਲ ਕਰੀਏ ਤਾਂ ਪਹਿਲਾਂ ਤਾਂ ਗੱਲ ਜਿਹੜੀਆਂ ਇੱਥੇ ਜੰਗਾਂ ਹੋਈਆਂ, ਕਹਿੰਦੇ ਨੇ ਦਿਸ ਲੈਂਡ ਹੈਜ਼ ਨੈਵਰ ਸੀਨ ਪੀਸ। ਅਤੇ ਜਿਹੜੀ ਸਰਵਾਈਵਲ ਆਫ ਫਿਟੈਸਟ ਦੀ ਥਿਓਰੀ ਹੈ ਨਾ, ਓਨਲੀ ਦ ਫਿਟੈਸਟ ਸਰਵਾਈਵਡ। ਜਿਹੜੇ ਫਿਟ ਨਹੀਂ ਸੀ ਉਹ ਨਹੀਂ ਸਰਵਾਈਵ ਕੀਤੇ। ਉਦੋਂ ਬਾਅਦ ਜਿਹੜੇ ਲੋਕ ਇੱਥੇ ਆ ਕੇ ਸੈਟਲ ਹੋਏ, ਉਹ ਇੱਥੇ ਕ੍ਰਾਸ ਮਿਕਸਿੰਗ ਆਫ ਬਲੱਡ ਹੁੰਦਾ ਰਿਹਾ। ਕ੍ਰਾਸ ਮਿਕਸਿੰਗ ਆਫ ਬਲੱਡ ਦੇ ਨਾਲ ਤੁਸੀਂ ਐਜ਼ ਹਿਊਮਨ ਬੀਇੰਗਸ ਇਵੋਲਵ ਕਰਦੇ ਰਹੇ, ਤੁਹਾਡਾ ਥਾਟ ਪ੍ਰੋਸੈਸ ਇਵੋਲਵ ਕਰਦਾ ਰਿਹਾ। ਤੁਸੀਂ ਵੇਖੋ ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦਾ ਜਿਹੜਾ ਬਸ਼ਿੰਦਾ ਹੈ, ਉਹ ਹਿੰਦੁਸਤਾਨ ਦੇ ਕਿਸੇ ਹੋਰ ਬਸ਼ਿੰਦੇ ਨਾਲੋਂ ਫਿਜ਼ੀਕਲੀ ਵੀ ਲੁੱਕ 'ਚ ਫਰਕ ਹੈ। ਲੰਬਾ ਹੈ, ਉੱਚਾ ਹੈ ਨਾ, ਬਿਲਡ ਡਿਫਰੈਂਟ ਹੈ। ਉਹ ਬਿਕੋਜ਼ ਇਵੋਲਵ ਹੁੰਦੇ ਰਹੇ ਅਸੀਂ 2000-3000 ਸਾਲ ਤੋਂ। ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਠੀਕ ਹੈ ਕਿ ਪੰਜਾਬ ਤੋਂ ਬਾਹਰ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਕੇਂਦਰ ਦੀ ਗੱਲ ਕਰ ਰਹੇ ਹਾਂ, ਜਾਂ ਸਿੱਧਾ ਕਹੀਏ ਕਿ ਦਿੱਲੀ ਨੂੰ ਪੰਜਾਬ ਦੀ ਸਮਝ ਨਹੀਂ ਆ ਰਹੀ, ਪੰਜਾਬ ਦੇ ਸੱਭਿਆਚਾਰ ਦੀ ਸਮਝ ਨਹੀਂ ਆ ਰਹੀ। ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ, ਉਹ ਇਸ ਘਟਨਾ ਤੋਂ ਬਾਅਦ ਨਾਲ ਦੀ ਨਾਲ ਬਿਆਨ ਦਾਗਦੇ ਨੇ, ਕਹਿੰਦੇ ਨੇ ਕਿ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਹੈ ਇੱਥੇ ਇਹੋ ਜਿਹਾ ਕਿੰਨਾ ਕੁ ਖਤਰਾ ਮਹਿਸੂਸ ਹੋ ਗਿਆ ਇਸ ਘਟਨਾ ਤੋਂ ਬਾਅਦ ਕਿ ਇੱਥੇ ਰਾਸ਼ਟਰਪਤੀ ਰਾਜ ਵਰਗੀਆਂ ਜਿਹੜੀਆਂ ਗੱਲਾਂ ਹੈ ਜਾਂ ਉਹ ਬਿਆਨ ਦਾਗੇ ਜਾਣ ਲੱਗ? ਉਹ ਦੇਖੋ ਜੀ, ਚਾਹੇ ਉਹਨਾਂ ਨੂੰ ਕਹਿ ਲਓ ਇਨਸਲਟ, ਚਾਹੇ ਕਹਿ ਲਓ ਜੀ ਵੈਸਟਡ ਇੰਟਰਸਟ, ਚਾਹੇ ਕਹਿ ਲਓ, ਮੈਂ ਸਿੱਧਾ ਕਹਿਣਾ ਬੀਬੀ ਅਰੂਸਾ ਦਾ ਵੀਜ਼ਾ, ਉਹ ਜਿਹੜੇ ਇਹ ਜਿਹੇ ਪਰਸਨਲ ਇੰਟਰਸਟ ਨੇ ਨਾ, ਉਹਦੇ ਕਾਰਨ ਉਹ ਬੀਜੇਪੀ ਦੇ ਨੇੜੇ ਗਏ ਨੇ ਔਰ ਬੀਜੇਪੀ ਦੇ ਨੇੜੇ ਸੀਗੇ। ਔਰ ਉਹ ਤਾਂ ਦੇਖੋ ਬਹਾਨੇ ਨੇ। ਐਂਡ ਮੈਂ ਕਹਿੰਦਾ ਵੀ ਜਿੰਨੇ ਵੱਡੇ ਗਦਾਰ ਇਹ ਹੋਏ ਨੇ, ਇਹ ਗਦਾਰ ਨੇ ਪੰਜਾਬ ਦੇ ਸਾਰੇ, ਜਿਹੜੇ ਤੁਹਾਨੂੰ ਕਹਿੰਦੇ ਵੀ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਜਿਹਨੂੰ ਤੋੜ ਕੇ ਇੱਥੇ ਇੱਕ ਥਰਡ ਪਾਰਟੀ ਰੂਲ ਲੈ ਆਓ। ਇਹਦੇ ਪਿੱਛੇ ਤਾਂ ਅਸੀਂ ਲੜਦੇ ਰਹੇ। ਅਟੋਨਮੀ, ਫੈਡਰਲ ਸਟਰਕਚਰ, ਇਹ ਤੋੜ ਕੇ ਜਿਹੜਾ ਇਹ ਬੰਦਾ ਇਨਵਾਈਟ ਕਰ ਰਿਹਾ ਵੀ ਆ ਕੇ ਇੱਥੇ ਗਵਰਨਮੈਂਟ ਆਫ ਇੰਡੀਆ ਰੂਲ ਲਾ ਦੇ, ਅਤੇ ਉਹ ਤਾਂ ਉਦੋਂ ਵੱਡਾ ਗਦਾਰ ਕੌਣ ਹੋ ਸਕਦਾ? ਟ੍ਰੇਟਰਸ ਨੇ ਜੀ, ਟ੍ਰੇਟਰਸ। ਬੀਜੇਪੀ ਨੇ ਇਹ ਰੈਲੀ ਤਾਂ ਇਸ ਲਈ ਰੱਖੀ ਸੀ ਕਿ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਹੋਰ ਡੂੰਘੀਆਂ ਕੀਤੀਆਂ ਜਾਣ। ਬੀਜੇਪੀ ਦਾਅਵਾ ਕਰ ਰਹੀ ਸੀ ਕਿ ਅਸੀਂ 117 ਸੀਟਾਂ ਦੇ ਉੱਪਰ ਚੋਣ ਲੜਾਂਗੇ। ਵੱਖ-ਵੱਖ ਪਾਰਟੀਆਂ ਆਪਣੇ ਕੈਂਡੀਡੇਟ ਖੜੇ ਕਰ ਰਹੀਆਂ ਨੇ। ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਆਪਣੇ ਕੈਂਡੀਡੇਟ ਖੜੇ ਕੀਤੇ ਜਾ ਰਹੇ ਨੇ। ਹੁਣ ਇਸ ਘਟਨਾ ਤੋਂ ਬਾਅਦ ਜਦੋਂ ਰੈਲੀ ਰੱਦ ਹੁੰਦੀ ਹੈ, ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਤੁਹਾਨੂੰ ਕੀ ਲੱਗਦਾ ਹੈ ਬੀਜੇਪੀ ਨੂੰ ਕਿੰਨਾ ਕੁ ਡੈਂਟ ਪਿਆ ਹੈ? ਬੀਜੇਪੀ ਨੇ ਕੋਈ ਨੁਕਸਾਨ ਝੱਲਿਆ ਹੈ ਜਾਂ ਬੀਜੇਪੀ ਜਿਵੇਂ ਯੂਪੀ ਦੇ ਵਾਲੇ ਪਾਸੇ ਗੱਲ ਕੀਤੀ ਜਾ ਰਹੀ, ਇਸ਼ਾਰਾ ਕੀਤਾ ਜਾ ਰਿਹਾ ਕਿ ਯੂਪੀ ਦੇ ਵਿੱਚੋਂ ਕੁਝ ਨਾ ਕੁਝ ਖੱਟ ਸਕਦੀ ਹੈ, ਪੰਜਾਬ ਨੂੰ ਇੱਕ ਬਦਨਾਮ ਕਰਨ ਦੀ ਨੀਤੀ ਹੈ? ਦੇਖੋ, ਉਹ ਪੁਰਾਣਾ ਹੈ ਨਾ ਵੀ ਭਾੜਾ ਸਿੰਘ ਸੀ ਯਾਰ ਫਰੰਗੀਆਂ ਦਾ। ਤਰਾਸਦੀ ਸਾਡੀ ਕੌਮ ਦੀ ਔਰ ਪੰਜਾਬ ਦੀ ਇਹ ਹੈ ਵੀ ਭਾੜਾ ਸਿੰਘ ਬਹੁਤ ਨੇ ਅੱਜ ਕੱਲ੍ਹ। ਉਦੋਂ ਇੱਕ ਭਾੜਾ ਸਿੰਘ ਸੀ ਮਹਾਰਾਜੇ ਵੇਲੇ। ਅਤੇ ਗੱਲ ਇਹ ਹੈ ਵੀ ਇਹ ਜਿੰਨੇ ਵਿਕਾਊ ਲੋਕ ਸੀ, ਮਤਲਬ ਮੈਂ ਪਿੱਛੇ 2-3 ਵਾਰ ਗੱਲ ਕੀਤੀ ਵੀ ਇੰਨੇ ਬੇਗੈਰਤ ਹੋ ਗਏ ਅਸੀਂ ਵੀ 700 ਬੰਦਾ ਹਾਲੇ ਪਿਛਲੇ ਸਾਲ ਮਰਵਾਇਆ ਹੋਵੇ ਅਤੇ ਅਸੀਂ ਇਹ ਸਾਰੇ ਦੇ ਸਾਰੇ ਲਾਈਨ ਬਣਾ ਕੇ ਬੀਜੇਪੀ 'ਚ ਵੜਨ ਨੂੰ ਤਿਆਰ ਹੋ ਗਏ ਸੀ। ਇਹ ਜਿੰਨੇ ਪਹਾੜਾ ਸਿੰਘ ਸੀ, ਇਹ ਵਿਕਾਊ ਸੀ, ਇਹ ਸਾਰੇ ਇਹਨਾਂ ਨੇ ਖਰੀਦ ਲਏ। ਬਟ ਅੱਜ ਮੈਨੂੰ ਲੱਗਦਾ ਕੱਲ੍ਹ ਦੇ ਜਿਹੜਾ ਉੱਥੇ ਪਰਫੋਰਮੈਂਸ ਰਹੀ ਹੈ, ਉਹਦੇ ਵਿੱਚ ਵੇਖੋ ਬੀਜੇਪੀ ਨੇ ਵੀ ਜ਼ੋਰ ਲਾਇਆ। ਇਕੱਲਾ ਬੀਜੇਪੀ ਫੇਲ ਨਹੀਂ ਹੋਈ, ਅਮਰਿੰਦਰ ਸਿੰਘ ਫੇਲ ਹੋਇਆ, ਸੁਖਦੇਵ ਸਿੰਘ ਢੀਂਡਸਾ ਫੇਲ ਹੋਇਆ। ਇਹ ਸਾਰੇ ਇਕੱਠੇ ਸੀ ਨਾ ਉਸ ਰੈਲੀ ਲਈ, ਅਤੇ ਇਕੱਠ ਨਹੀਂ ਕਰ ਪਾਏ।
ਪ੍ਰਾਈਮ ਮਿਨਿਸਟਰ ਆਫ ਇੰਡੀਆ ਆਉਣਾ ਹੋਵੇ, ਮੇਰਾ ਨਹੀਂ ਖਿਆਲ ਕਦੀ ਇੰਡੀਅਨ ਪੋਸਟ 1947 ਇੰਡੀਅਨ ਹਿਸਟਰੀ ਦੇ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਦੀ ਰੈਲੀ ਇਸ ਤਰ੍ਹਾਂ ਫੇਲ ਹੋਈ ਹੋਵੇ ਜਿਵੇਂ ਇਹ ਹੋਈ ਹੈ। ਸੋ ਇਹ ਸਾਰੇ ਬੁਰੀ ਤਰ੍ਹਾਂ ਫੇਲ ਹੋਏ ਨੇ, ਅਤੇ ਜਿਹੜੀ ਉਹ ਲਾਈਨ ਕਤਾਰ ਬਣਾ ਕੇ ਸਾਰੇ ਇਹ ਭਾੜਾ ਸਿੰਘ ਲੱਗੇ ਹੋਏ ਸੀਗੇ ਬੀਜੇਪੀ ਨੂੰ ਜਾਣ, ਉਹ ਰੁਕ ਜੂਗਾ, ਪੋਲੀਟਿਕਸ ਹੁਣ ਬਿਲਕੁਲ ਚੇਂਜ ਹੋ ਜੂਗੀ। ਚਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੁਖਬੀਰ ਬਾਦਲ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਤਾਂ ਉਹਨਾਂ ਨੇ ਵੀ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ ਜੋ ਘਟਨਾ ਵਾਪਰੀ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਹੈ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਤੇ ਇਸ ਦੇ ਉੱਪਰ ਨਿੰਦਿਆ ਜਤਾਈ। ਮੈਂ ਮੰਨਦਾ ਹੀ ਨਹੀਂ ਜੀ, ਕੋਈ ਹੋਇਆ ਹੀ ਨਹੀਂ। ਰਾਊਟ ਮੈਨੇਜਮੈਂਟ ਦੀ ਗੜਬੜ ਹੋਈ ਹੈ। ਸੁਰੱਖਿਆ ਕਿੱਥੇ? ਸੁਰੱਖਿਆ ਤਾਂ ਗੜਬੜ ਹੋਈ ਹੋਵੇ ਜੇ ਕੋਈ ਆ ਕੇ ਉਹਨਾਂ 'ਤੇ ਘਿਰਾਓ ਕੀਤਾ ਹੋਵੇ ਜੀ, ਲੋਕ ਨੇੜੇ ਆ ਗਏ। ਯਾਰ 2 ਕਿਲੋਮੀਟਰ ਲੋਕ ਦੂਰ ਨੇ, ਉਹਨਾਂ ਤੋਂ ਡਰੀ ਜਾਂਦੇ ਹੋ ਯਾਰ ਤੁਸੀਂ, ਕੀ ਇਹ ਐਂਡ ਇਹ ਤਾਂ ਸਭ ਇੱਕ ਜਿਹੜਾ ਦਿੱਲੀ ਦਾ ਰਿਟੋਰਿਕ ਹੈਗਾ ਉਹਨੂੰ ਪਲੇ ਕਰਦੇ ਨੇ। ਦੇ ਜਸਟ ਵਾਂਟ ਟੂ ਬੀ ਇਨ ਦ ਗੁੱਡ ਬੁੱਕਸ ਆਫ ਦਿੱਲੀ, ਇਹਦੇ ਉੱਤੇ ਕੁਛ ਨਹੀਂ ਹੈਗਾ ਯਾਰ। ਨਿਹੱਥੇ ਕਿਸਾਨ ਉੱਥੇ ਬੈਠੇ ਨੇ, ਉਹ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਫੇਸ ਹੀ ਨਹੀਂ ਕਰ ਸਕਦੇ। ਤੁਸੀਂ ਆਪਣੇ ਇੱਕ ਸ਼ੀਸ਼ ਮਹਿਲ 'ਚ ਬੈਠੇ ਹੋ, ਅਤੇ ਫਿਰ ਉਹ ਕਿੰਗ ਲੂਇਸ ਦ 7th ਫ੍ਰੈਂਚ ਰੈਵੋਲਿਊਸ਼ਨ ਤਾਂ ਹੀ ਹੋਈ ਸੀ, ਭੁੱਲਣਾ ਨਹੀਂ। ਆਖਰੀ ਸਵਾਲ, ਚੋਣ ਜ਼ਾਬਤਾ ਲੱਗਣ ਵਾਲਾ ਹੈ, ਸਾਰੀਆਂ ਪਾਰਟੀਆਂ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ, ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ। ਤੁਹਾਨੂੰ ਪੰਜਾਬ ਦਾ ਭਵਿੱਖ ਕੀ ਲੱਗ ਰਿਹਾ ਹੈ? ਪੰਜਾਬ ਦੀ ਵਾਗਡੋਰ ਕਿਸ ਦੇ ਹੱਥਾਂ ਦੇ ਵਿੱਚ ਆਏਗੀ? ਬਹੁਤ ਜ਼ਿਆਦਾ ਖਲਾ ਹੈ ਜੀ। ਐਂਡ ਅੱਜ ਤੁਸੀਂ ਕੁਝ ਸੋਚ ਲਓ, ਅਗਲੇ ਦਿਨ ਇੱਥੇ ਕੋਈ ਜਿਹੜੀਆਂ ਐਕਸਟਰਨਲ ਏਜੰਸੀਜ਼ ਨੇ, ਆ ਜਿਵੇਂ ਫਿਰੋਜ਼ਪੁਰ ਵਾਲਾ ਵਾਕਿਆ ਹੈ ਸਾਰਾ, ਉਹ ਕਿਸ ਤਰ੍ਹਾਂ ਉਹ ਹਰ ਗੱਲ ਨੂੰ ਪਲੇ ਅਪ ਕਰਦੀਆਂ ਨੇ। ਤੁਸੀਂ ਸਾਰੇ ਕਹਿੰਦੇ ਨੇ ਆਹ ਹੋ ਗਿਆ, ਮੈਂ ਤਾਂ ਕਹਿੰਦਾ ਹੋਇਆ ਹੀ ਨਹੀਂ। ਨਾ ਬੀਜੇਪੀ ਦੀ ਰੈਲੀ ਹੋਈ, ਨਾ ਸੁਰੱਖਿਆ ਦੀ। ਉਸ ਗੱਲ ਨੂੰ ਕਿਵੇਂ ਪਲੇ ਅਪ ਕਰਕੇ ਮਾਹੌਲ ਬਣਾਇਆ ਜਾਂਦਾ ਹੈਗਾ, ਬਹੁਤ ਜ਼ਿਆਦਾ ਖਲਾ ਹੈ ਜੀ। ਬਾਦਲ ਦਲ ਹੈ ਜਿਹੜਾ, ਉਹ ਮੈਨੂੰ ਨਹੀਂ ਪਤਾ ਗੁਰੂ ਦਾ ਇੰਨਾ ਵੱਡਾ ਦੋਖੀ ਹੈ, ਉਹ ਕਿਵੇਂ ਨਿਕਲ ਪਾਉਣਗੇ ਔਰ ਪੰਜਾਬ ਉਹਨੂੰ ਕਿਵੇਂ ਸਪੋਰਟ ਕਰੇਗਾ। ਜਿੱਥੋਂ ਤੱਕ ਆਮ ਆਦਮੀ ਪਾਰਟੀ ਹੈ, ਦੇਖੋ ਵਿਵੇਕਾਨੰਦ ਫਾਊਂਡੇਸ਼ਨ ਐਂਡ ਦਾ ਪ੍ਰੋਡਕਟ ਹੈ ਅਰਵਿੰਦ ਕੇਜਰੀਵਾਲ, ਅਤੇ ਵਿਵੇਕਾਨੰਦ ਫਾਊਂਡੇਸ਼ਨ ਦਾ ਚੀਫ ਕੌਣ ਸੀ? ਅਜੀਤ ਡੋਵਲ। ਸੋ ਵੀ ਨੀਡ ਟੂ ਅੰਡਰਸਟੈਂਡ ਵਿੱਚ ਪਿੱਛੇ ਕੌਣ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਉਹਨਾਂ ਦਾ ਇੱਕ ਡਰੀਮ ਹੈ ਕਾਂਗਰਸ ਮੁਕਤ ਭਾਰਤ। ਬਹੁਤ ਇੰਟੈਲੀਜੈਂਟ ਲੋਕ ਨੇ, ਵੀ ਸ਼ੁੱਡ ਐਪਰੀਸ਼ੀਏਟ ਦੈਟ। ਜਿਹੜਾ ਸੰਘ ਹੈ ਨਾ, ਬਹੁਤ ਇੰਟੈਲੀਜੈਂਟ ਹੈ। ਇਹਨਾਂ ਨੂੰ ਪਤਾ ਹੈ ਵੀ ਇੱਕ ਸਿੰਗਲ ਪਾਰਟੀ ਅਸੀਂ ਰਹਾਂਗੇ ਅਤੇ ਅਸੀਂ ਕੰਟੀਨਿਊਸ ਰਾਜ ਨਹੀਂ ਕਰ ਸਕਦੀ ਸਾਡੀ ਆਈਡੀਓਲੋਜੀ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਕ੍ਰੀਏਸ਼ਨ ਹੈ, ਉਹ ਇਸੇ ਕਰਕੇ ਕਿ ਇੱਕ ਆਲਟਰਨੇਟਿਵ ਟੂ ਦ ਬੀਜੇਪੀ ਹੋਵੇ, ਜਿਹੜੀ ਆਈਡੀਓਲੋਜੀ ਸਾਡੀ ਹੋਵੇ ਅਤੇ ਕੰਮ। ਅੱਜ ਆਮ ਆਦਮੀ ਪਾਰਟੀ ਦੇ ਕੋਲੇ ਨੇ ਕਦੀ ਵੀ ਕੋਈ ਸਿੱਖ ਮਿਨਿਸਟਰ ਦਿੱਲੀ ਕੈਬਨਿਟ 'ਚ ਹੈ ਨਹੀਂ। ਸਾਡਾ ਜੈਨੋਸਾਈਡ ਹੋਇਆ ਕਿ ਆਮ ਆਦਮੀ ਪਾਰਟੀ ਨੇ, ਠੀਕ ਹੈ ਪੁਲਿਸ ਉਹਨਾਂ ਕੋਲੇ ਨਹੀਂ ਹੈਗੀ, ਉਹਨਾਂ ਦੇ 7.5 ਸਾਲ ਹੋ ਗਏ ਟਿਲ ਦੇ ਹੈਵ ਬੀਨ ਇਨ ਪਾਵਰ, ਕੋਈ ਉਹਨਾਂ ਨੇ ਰੈਜ਼ੋਲੂਸ਼ਨ ਲਿਆਂਦਾ ਹੋਵੇ ਦਿੱਲੀ ਅਸੈਂਬਲੀ 'ਚ, ਮੈਂ ਕਹਿੰਦਾ ਕਿ ਇਹੀ ਕਹਿ ਦੇਣ ਵੀ ਜੈਨੋਸਾਈਡ ਹੋਇਆ। ਸੋ ਉਹ ਤੱਕ ਤਾਂ ਐਡਮਿਟ ਨਹੀਂ ਕਰਦੇ, ਪੰਜਾਬ ਨੂੰ ਕੀ ਕਰ ਲੈਣਗੇ? ਅਰਵਿੰਦ ਕੇਜਰੀਵਾਲ ਪੰਜਾਬ ਸਮਝਦਾ, ਜੇ ਮੋਦੀ ਔਰ ਅਮਿਤ ਸ਼ਾਹ ਨਹੀਂ ਸਮਝਦੇ, ਉਹ ਵੀ ਨਹੀਂ ਸਮਝਦਾ। ਉਹ ਇਹ ਸੋਚਦੇ ਨੇ ਗਲੀਆਂ ਨਾਲੀਆਂ ਦੇ ਮੁੱਦਿਆਂ 'ਤੇ ਲਿਆ ਕੇ ਅਸੀਂ ਪੰਜਾਬ ਜਿੱਤ ਲਾਂਗੇ। ਪੰਜਾਬ ਦੀਆਂ ਬੜੀਆਂ ਫੰਡਾਮੈਂਟਲ ਪ੍ਰੋਬਲਮਸ ਨੇ। ਪੰਜਾਬ ਦੇ ਜਦੋਂ ਤੱਕ ਤੁਸੀਂ ਫੰਡਾਮੈਂਟਲ ਪ੍ਰੋਬਲਮਸ ਨਹੀਂ ਐਡਰੈਸ ਕਰਦੇ, ਪੰਜਾਬ ਦਾ ਬਚਾਅ ਨਹੀਂ ਹੈਗਾ। ਸੋ ਇਹ ਲੋਕ ਤਾਂ ਆਉਂਦੇ ਨੇ, ਇਲੈਕਸ਼ਨ ਜਿੱਤਣਾ ਚਾਹੁੰਦੇ ਨੇ ਔਰ ਚਲੇ ਜਾਣਾ ਚਾਹੁੰਦੇ ਨੇ, ਬਟ ਪੰਜਾਬ ਦੀਆਂ ਫੰਡਾਮੈਂਟਲ ਪ੍ਰੋਬਲਮਸ ਪਿਛਲੇ 70 ਸਾਲਾਂ ਤੋਂ ਵਿਗੜਦੀਆਂ ਜਾ ਰਹੀਆਂ ਔਰ ਹੌਲੀ ਹੌਲੀ ਅਸੀਂ ਇਸ ਧਰਤੀ ਤੋਂ ਸਾਡੇ ਬੱਚੇ ਬਾਹਰ ਜਾਈ ਜਾ ਰਹੇ ਨੇ। ਤੁਸੀਂ ਬੀਜੇਪੀ ਨੂੰ ਐਪਰੀਸ਼ੀਏਟ ਵੀ ਕੀਤਾ ਹੈ ਕਿ ਜਿਸ ਢੰਗ ਦੇ ਨਾਲ ਬੀਜੇਪੀ ਕੰਮ ਕਰ ਰਹੀ ਹੈ, ਉਹ ਵਾਕਈ ਸਲਾਹੁਣਯੋਗ ਵੀ ਹੈ। ਜਿਸ ਸੋਚ ਦੇ ਨਾਲ ਉਹ ਕੰਮ ਕਰ ਰਹੇ ਨੇ, ਹੁਣ ਜਿਸ ਸੋਚ ਦੇ ਨਾਲ ਬੀਜੇਪੀ ਕੰਮ ਕਰ ਰਹੀ ਹੈ, ਜਿਵੇਂ ਨਵੇਂ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ, ਤੁਹਾਨੂੰ ਕੀ ਲੱਗਦਾ? ਪਹਿਲਾਂ ਵੀ ਪਾਰਟੀਆਂ ਆਉਂਦੀਆਂ ਰਹੀਆਂ ਨੇ, ਉਹ ਵੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਂਦੀਆਂ ਰਹੀਆਂ ਨੇ। ਹੁਣ ਬੀਜੇਪੀ ਨੇ ਜੇਕਰ ਧਾਰਿਆ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਨਵਾਂ ਪੰਜਾਬ ਸਿਰਜਣਾ ਹੈ, ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਵੀ ਲੱਗ ਸਕਦੇ ਨੇ, ਬੀਜੇਪੀ ਦੀ ਸਰਕਾਰ ਬਣਦੀ ਹੈ, ਤਾਂ ਪੰਜਾਬੀਅਤ ਨੂੰ ਤੁਹਾਨੂੰ ਕੀ ਲੱਗਦਾ ਕੋਈ ਖਤਰਾ ਹੋ ਸਕਦਾ ਇਸ ਤੋਂ? ਕਿਉਂਕਿ ਪਹਿਲਾਂ ਕਾਂਗਰਸ ਦੇ ਉੱਪਰ ਵੀ ਸਿੱਖ ਕੌਮ ਦੇ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਰਹੇ ਕਿ ਕਾਂਗਰਸ ਤਾਂ ਸਾਡੇ ਤੇ ਸਿੱਧੇ ਵਾਰ ਕਰਦੀ ਰਹੀ ਹੈ। ਬੀਜੇਪੀ ਉਹ ਪਾਰਟੀ ਹੈ ਜਿਸ ਦੀ ਮਾਂ RSS ਨੂੰ ਮੰਨਿਆ ਜਾਂਦਾ ਹੈ। RSS
ਦੀ ਅੱਗੇ ਬੀਜੇਪੀ ਜਿਹੜੀ ਹੈ ਪਾਰਟੀ ਮੰਨੀ ਜਾਂਦੀ ਹੈ ਤੇ ਸਿੱਖਾਂ ਦਾ ਇਹ ਵੀ ਦੋਸ਼ ਰਿਹਾ ਹੈ ਕਿ ਬੀਜੇਪੀ ਕਿਤੇ ਨਾ ਕਿਤੇ ਵਿਚਾਰਧਾਰਕ ਤੌਰ ਤੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਵੀ ਨੀਡ ਟੂ ਅੰਡਰਸਟੈਂਡ ਜਿਹੜੀ ਬੀਜੇਪੀ ਹੈ ਇਹਦੇ ਨਾਲ ਜਿਹੜੀ ਸਾਡਾ ਕਲੈਸ਼ ਹੈ ਪੰਜਾਬ ਦਾ, ਉਹ ਇਡੀਓਲੋਜੀ ਦਾ ਕਲੈਸ਼ ਹੈ, ਉਹ ਹਿੰਦੂਤਵਾ ਦਾ ਕਲੈਸ਼ ਹੈ, ਉਹ ਐਂਡ ਸਾਡੇ ਅਸੀਂ ਫਰਕ ਕਿਵੇਂ ਹੈ, ਪੰਜਾਬ ਕਿਵੇਂ ਫਰਕ ਹੈ। ਵੀ ਨੀਡ ਟੂ ਅੰਡਰਸਟੈਂਡ ਹਿੰਦੂਤਵਾ ਜਿਹੜਾ ਮਨੂਵਾਦੀ ਸੋਚ ਹੈ ਉਹ ਕਾਸਟ ਦੀ ਡਿਸਕ੍ਰਿਮੀਨੇਸ਼ਨ ਕਰਦਾ ਹੈ, ਉਹ ਬੁੱਤ ਪ੍ਰਸਤੀ ਕਰਦੇ ਨੇ। ਜਿਹੜਾ ਬਾਬਾ ਨਾਨਕ ਦਾ ਫਲਸਫਾ ਹੈ ਉਹ ਯੂਨਿਟੀ ਆਫ ਮੈਨਕਾਈਂਡ ਹੈਗਾ ਆ, ਵਨਨੈਸ ਆਫ ਗੋਡ ਹੈਗਾ ਆ, ਉਹ ਆਪਣੀ ਇਡੀਓਲੋਜੀ ਸਾਡੇ 'ਤੇ ਫੋਰਸ ਕਰਨਾ ਚਾਹੁੰਦੇ ਨੇ। ਸੋ ਇਹ ਜਿਹੜਾ ਝਗੜਾ ਹੈ ਉਹ ਇਡੀਓਲੋਜੀਕਲ ਝਗੜਾ ਹੈਗਾ ਆ ਐਂਡ ਉਹ ਬੜਾ ਡੀਪ ਰੂਟਡ ਹੈ। ਉਹ ਸਾਡੇ ਗੁਰਦੁਆਰਿਆਂ 'ਚ ਵੀ ਵੜਨਾ ਚਾਹੁੰਦੇ ਨੇ, ਉਹ ਹਰ ਜਗ੍ਹਾ ਵੜਨਾ ਚਾਹੁੰਦੇ। ਜਿਹੜਾ ਕਾਂਗਰਸ ਨਾਲ ਝਗੜਾ ਸੀ, ਜਿਹੜਾ ਇੰਦਰਾ ਗਾਂਧੀ ਨਾਲ ਝਗੜਾ ਸੀ, ਰਾਜੀਵ ਨਾਲ ਤਾਂ ਰੈਮਨੈਂਟ ਸੀਗਾ, ਉਹ ਸਟ੍ਰੇਟ ਐਂਡ ਸਟ੍ਰੇਟ ਪੋਲੀਟੀਕਲ ਝਗੜਾ ਸੀ। ਅਸੀਂ ਆਪਦੀ ਪੋਲੀਟੀਕਲ ਜਿਹੜੀਆਂ ਡਿਮਾਂਡਸ ਸੀਗੀਆਂ, ਜਿਹੜੀਆਂ ਸਾਡੀਆਂ ਐਸਪੀਰੇਸ਼ਨ ਸੀਗੀਆਂ ਪੋਸਟ ਬ੍ਰਿਟਿਸ਼ ਇੰਡੀਆ ਤੋਂ, ਉਹ ਅਸੀਂ ਲੈਣੀਆਂ ਚਾਹੁੰਦੇ ਸੀਗੇ। ਜਿਹੜੀ ਸਾਨੂੰ ਪ੍ਰੋਮਿਸਿਸ ਦਿੱਤੇ ਗਏ ਸੀ ਉਹ ਗਵਰਨਮੈਂਟ ਆਫ ਇੰਡੀਆ ਦੇਣਾ ਨਹੀਂ ਸੀ ਚਾਹੁੰਦੀ। ਦੇਰ ਵਾਜ਼ ਨੋ ਇਡੀਓਲੋਜੀਕਲ ਕਲੈਸ਼, ਦੇਰ ਵਾਜ਼ ਨੋ ਇਡੀਓਲੋਜੀ ਵਿੱਚ ਇੰਦਰਾ ਔਰ ਵਿੱਚ ਈਵਨ ਰਾਜੀਵ ਸਾਡੇ 'ਤੇ ਪਾਉਣਾ ਚਾਹੁੰਦਾ ਸੀ। ਇਹ ਇਡੀਓਲੋਜੀਕਲੀ ਮੋਹਨ ਭਾਗਵਤ ਐਂਡ ਨਰਿੰਦਰ ਮੋਦੀ ਐਂਡ ਇਹਨਾਂ ਦੀ ਜਿਹੜੀ ਜਮਾਤ ਹੈ ਇਹ ਸਾਡੇ 'ਤੇ ਆਪਦੀ ਇਡੀਓਲੋਜੀ ਥੋਪਣਾ ਚਾਹੁੰਦੇ ਨੇ। ਉਹ ਕਲੈਸ਼ ਹੈ, ਇਟਸ ਅ ਮਚ ਡੀਪਰ ਕਲੈਸ਼। ਇਹ ਬਹੁਤ ਡੀਪ ਕਲੈਸ਼ ਹੈ। ਕਾਂਗਰਸ ਵਾਲਾ ਕਲੈਸ਼ ਸੀਗਾ ਸੁਪਰਫਿਸ਼ੀਅਲ, ਉਹ ਤਾਂ ਪੋਲੀਟੀਕਲ ਸੀਗਾ। ਸੋ ਹੁਣ ਪੋਲੀਟੀਕਲੀ ਇਹ ਤੁਹਾਨੂੰ ਪਲੈਸੇਟ ਕਰਨਾ ਚਾਹੁੰਦੇ ਨੇ, ਤੁਹਾਨੂੰ ਖੁਸ਼ ਰੱਖਣਾ ਚਾਹੁੰਦੇ ਨੇ, ਬਟ ਤੁਹਾਨੂੰ ਅੰਦਰ ਵੜ ਕੇ ਆਈਡੀਓਲੋਜੀਕਲੀ ਮਾਰਨਾ ਚਾਹੁੰਦੇ ਨੇ। ਕਾਂਗਰਸ ਕਦੀ ਵੀ, ਕਾਂਗਰਸਮੈਨ ਕਦੀ ਵੀ ਗੁਰਦੁਆਰਿਆਂ ਦੇ ਵਿੱਚ ਜਾ ਕੇ ਭਾਈ ਬਣ ਕੇ ਨਹੀਂ ਸੀ ਬੈਠਦੇ। ਉਹ ਤੁਹਾਡੀ ਜਿਹੜੀ ਕਨਫਰੰਟੇਸ਼ਨ ਸੀ ਉਹ ਸਟ੍ਰੇਟ ਐਂਡ ਐਪਰੈਂਟ ਸੀਗੀ। ਇਹ ਬਹੁਤ ਡੀਪ ਹੈ ਐਂਡ ਦੇ ਵੈਰੀ ਡੀਪ, ਐਂਡ ਇਹ ਇਹਨਾਂ ਦੀ ਜਿਹੜੀ ਡੀਪ ਸਟੇਟ ਹੈ ਨਾ, ਉਹਦੇ ਤੋਂ ਪੰਜਾਬ ਨੂੰ, ਸਿੱਖਾਂ ਨੂੰ ਬਹੁਤ ਬਹੁਤ ਕੇਅਰਫੁਲ ਰਹਿਣਾ ਪਏਗਾ। ਠੀਕ ਹੈ, ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ। ਇਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਗੱਲਬਾਤ ਕਰ ਰਹੇ ਸਨ। ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦਾ ਮਾਮਲਾ ਤੋੜ ਫੜ ਰਿਹਾ ਹੈ। ਇਹਨਾਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਵਿੱਚ ਅਸਲ ਦੇ ਵਿੱਚ ਕੋਈ ਕੁਤਾਹੀ ਨਹੀਂ ਹੋਈ, ਕੋਈ ਪੱਥਰ ਨਹੀਂ ਵੱਜਿਆ, ਕਿਸੇ ਨੇ ਕੋਈ ਰੋਕ ਨਹੀਂ ਪਾਈ। ਪ੍ਰਧਾਨ ਮੰਤਰੀ ਕਿਉਂ ਕਹਿ ਰਹੇ ਨੇ ਕਿ ਕੁਤਾਹੀ ਹੋਈ ਹੈ, ਇਸ ਦੇ ਉੱਪਰ ਸਾਰੀ ਦੀ ਸਾਰੀ ਸਿਆਸਤ ਖੇਡੀ ਜਾ ਰਹੀ ਹੈ। ਇਹੋ ਜਿਹਾ ਕੁਝ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪੱਖ ਵੀ ਇਹਨਾਂ ਨੇ ਰੱਖਿਆ ਹੈ ਤੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਬੀਜੇਪੀ ਦੇ ਆਧਾਰ ਨੂੰ ਵੱਡੀ ਸੱਟ ਲੱਗੀ ਹੈ ਤੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਇਹ ਵੀ ਜ਼ੀਰੋ ਹੋਏ ਨੇ। ਕੈਮਰਾਮੈਨ ਗੁਰਦੇਵ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।